हाँ जी संगत जी ਵੀਰੋ ਭੈਣੋ ਸਤਿ ਸ਼੍ਰੀ ਅਕਾਲ ਜੀ। ਹੁਣ ਆਪਾਂ ਪਹੁੰਚੇ ਇੱਥੇ ਬਾਬਾ ਨਿਧਾਨ ਸਿੰਘ ਸਰਾਂ ਦੇ ਵਿੱਚ ਤੇ ਇਸ ਤੋਂ ਬਾਅਦ ਚੱਲਦੇ ਆ ਤਖਤ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਤੇ ਚੱਲਦੇ ਆਪਾਂ ਸਾਰੇ ਨਾਲ ਨਾਲ ਕਰਦੇ ਆ ਦਰਸ਼ਨ ਤੇ ਜਾਣਦੇ ਆ ਉਰੋਂ ਦੇ ਇਤਿਹਾਸ ਬਾਰੇ। ਸੰਗਤ ਜੀ ਸਰਾਂ ਚੋਂ ਨਿਕਲਦੇ ਸਾਰੀ ਜਿਹੜੀ ਇਹ रोड जा रही है बिल्कुल सामने गुरु का लंगर गुरुद्वारा ये देख सकते हैं आप इधरों आउंदियां नूं बिल्कुल सज्जे हजूर साहब सचखंड गुरुद्वारा ते दूसरी साइड गुरुद्वारा नगीना घाट ते आपां चलांगे दोनों गुरुद्वारे। सत श्री अकाल माता जी पहुँच गए तुसी? हाँ संगत जी आप दर्शन करते हैं गुरुद्वारा लंगर हाल तो चलो चलते हैं जी आप अंदर। संगत जी गुरु के लंगर में बैठे चाह पानी भी कर गया। बहुत सारी संगत चाह पानी करती है जिथे ये वो लंगर हाल है जिथे कि गुरु गोबिंद सिंह जी ने बाबा निधान सिंह जी ने कहा सी जीसा तेरा हथ मेरा, ये परंपरा हमेशा चलती रहूगी। तो उस मतलब उन्होंने तो बाद बहुत सारे महापुरुष ने जोड़े थे गुरु साहब जां लंगर की सेवा कर रहे हैं जी। अज इत्थे बाबा नरिंदर सिंह जी ते दूसरे बाबा जी। हाँ जी इस टाइम बाबा नरिंदर सिंह ते बाबा बलविंदर सिंह जी उरे सेवा निभा रहे हैं। बहुत वधिया लंगर चलता आ रहा है, संगतां बहुत ज़्यादा लंगर छक रही ने, किसी भी चीज़ की कोई घाट नहीं। इधर साडी संगत आ चुकी है दर्शन करके, थोड़े ज़्यादा काले सी ये दर्शन करके वापस आ गए। असी हुण चले बाद च। हाँ ठीक है जी चलो आप चलते हैं सचखंड श्री हजूर। जब हजूर साहब नूं आउंदे आ संगतां आउंदियां ने तां तकरीबन कोई रिश्तेदार भैन भरा जिहड़ा भी मिलदा है वो कहना भी जा तुसीं उधरों जिहड़ा तेल है वो लैके आयो कोपे का, क्योंकि इधर वो सस्तियां मिलता है। होर बहुत सारिया चीज़ां बहुत मसाले लोग इधरों लैके जाते हैं जिद्दां जीरा काली मिर्च वगैरह होर जो घर दी वस्तां हुंदियां नेगियां अपने किचन दे विच बरतन वालियां वो बहुत सारिया इत्थे लोग चीज़ां खरीद के लैके जाते हैं। मसाले वगैरह बहुत सस्ते ने, सस्तियां भी हुंदियां ते वैसे वधिया भी हुंदियां ने जी। हाँ जी देखो जी बहुत ही सोहना बहुत ही वधिया ते तख्त सचखंड श्री हजूर साहब बहचल नगर साहब नादेड़। वो अंदर आप दरबार साहब देख सकते हैं। चलो आप चलते हैं अंदर करते हैं दर्शन। संगत जी ये वो स्थान है जिहड़ा कि जद हजूर साहब सचखंड की सेवा आरंभ हुई उस टाइम पानी की बड़ी दिक्कत आउंदी सी ते महाराजा रणजीत सिंह जी नूं जदों पता लग्या तो इत्थे सचखंड की उसारी करवाउण दे लई संगत नूं भेजा गया। जथेदार बाबा गाहू सिंह जी ने इस बौली नूं खुदवाउण दी कार सेवा करवाई ते पुरातन चली आ रही मर्यादा अनुसार गुरु साहिब जी दे ਸਿੰਘਾਸਨ ਅਸਥਾਨ ਦੇ ਇਸ਼ਨਾਨ ਲਈ ਰੋਜ਼ਾਨਾ ਅੰਮ੍ਰਿਤ ਵੇਲੇ ਇੱਕ ਗਾਗਰ ਪਾਣੀ ਦੀ ਗੋਦਾਵਰੀ ਨਦੀ ਚੋਂ ਅਤੇ ਦੂਸਰੀ ਗਾਗਰ
ਬੌੜੀ ਸਾਹਿਬ ਤੋਂ ਲਿਜਾਈ ਜਾਂਦੀ ਹੈ। ਇੱਧਰ ਸੰਗਤ ਬੈਠੀ ਹੈ, ਦਰਸ਼ਨ ਕਰਨ ਲਈ ਆਏ ਹੋਏ ਨੇ। ਤੇ ਸਾਹਮਣੇ ਇੱਧਰ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਉਰੇ ਦਾ ਇਤਿਹਾਸ, ਤੇ ਹਿੰਦੀ ਵਿੱਚ ਵੀ ਲਿਖਿਆ ਹੋਇਆ ਹੈ, ਇੰਗਲਿਸ਼, ਸਾਰੇ 3-4 ਭਾਸ਼ਾ ਦੇ ਵਿੱਚ ਉਰੇ ਦਾ ਇਤਿਹਾਸ ਹੈ ਜਿਹੜਾ ਉਹ ਲਿਖਿਆ ਗਿਆ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਦ ਗੁਰੂ ਗੋਬਿੰਦ ਸਿੰਘ ਜੀ ਜੰਗਾਂ ਤੋਂ ਬਾਅਦ ਕਾਫੀ ਬਾਅਦ ਦੇ ਵਿੱਚ ਲਾਸਟ ਸਮੇਂ ਹਜ਼ੂਰ ਸਾਹਿਬ ਪਹੁੰਚੇ ਨਾਂਦੇੜ, ਤੇ ਕਾਫੀ ਸਮਾਂ ਫਿਰ ਗੁਰੂ ਸਾਹਿਬ ਇੱਥੇ ਹੀ ਰਹੇ, ਤੇ ਇੱਥੇ ਉਹਨਾਂ ਨੇ ਜਿਹੜਾ ਆਪਣਾ ਸਰੀਰ ਸੀ ਜੋਤੀ ਜੋਤ ਸਮਾ ਗਏ। ਤੇ ਇਹ ਅਸਥਾਨ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਜੀਵਨ ਦੀਆਂ ਅੰਤਿਮ ਘੜੀਆਂ ਨਾਲ ਸੰਬੰਧਿਤ ਹੈ। ਇਹ ਪਵਿੱਤਰ ਅਸਥਾਨ ਸਿੱਖ ਪੰਥ ਦੇ 4 ਤਖਤਾਂ ਸਾਹਿਬਾਨਾਂ ਵਿੱਚੋਂ ਇੱਕ ਸ਼੍ਰੋਮਣੀ ਤਖਤ ਅਸਥਾਨ ਹੈ। ਦਸਮ ਪਿਤਾ ਦਸਮ ਪਾਤਸ਼ਾਹੀ ਦੇ ਪਾਵਨ ਬਚਨ ਹਨ। ਮੈਂ ਇੱਥੇ ਆਪਣੇ ਹਰ ਸਿੱਖ ਦੀ 60 ਸਾਲ ਦੀ ਆਯੂ ਤੱਕ ਉਡੀਕ ਕਰਦਾ ਹਾਂ। ਇਸ ਕਰਕੇ ਆਪਣਾ ਵੀ ਫਰਜ਼ ਬਣਦਾ ਹੈ ਵੀ ਜਿਨ੍ਹਾਂ ਨੇ ਆਪਾਂ ਨੂੰ ਸਰਦਾਰੀ ਦਿੱਤੀ ਤੇ ਸਿੱਖ ਕੌਮ ਦੀ ਬਖਸ਼ਿਸ਼ ਕੀਤੀ, ਤੇ ਹਰ ਸਿੱਖ ਨੂੰ ਤੇ ਹਰ ਇਨਸਾਨ ਨੂੰ, ਚਾਹੇ ਉਹ ਕਿਸੇ ਵੀ ਜਾਤ ਧਰਮ ਨਾਲ ਸੰਬੰਧਿਤ ਹੋਵੇ, ਤੇ ਹਰ ਇੱਕ ਨੂੰ ਇਸ ਸਥਾਨ 'ਤੇ ਪਹੁੰਚਣਾ ਚਾਹੀਦਾ, ਕਿਉਂਕਿ ਧਰਮ ਦੀ ਰਾਖੀ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਦਾਨ ਕੀਤਾ, ਜਿਹਦੇ ਵਿੱਚ ਮਾਤਾ ਪਿਤਾ ਗੁਰੂ ਤੇਗ ਬਹਾਦਰ, 4 ਸਾਹਿਬਜ਼ਾਦੇ ਤੇ ਸਾਰੇ ਦਾ ਸਾਰਾ ਮਾਤਾ ਗੁਜਰੀ, ਸਾਰਾ ਪਰਿਵਾਰ ਨੂੰ ਸਿੱਖ ਕੌਮ ਦੀ ਖਾਤਰ ਵਾਰ ਦਿੱਤਾ। ਗੁਰੂ ਜੀ ਨੇ ਇਸ ਸਥਾਨ ਯਾਨੀ ਕਿ ਨਾਂਦੇੜ ਸਾਹਿਬ ਅਨੇਕਾਂ ਕੌਤਕ ਵਰਤਾਏ, ਜਿਨ੍ਹਾਂ ਵਿੱਚੋਂ ਇੱਕ ਸੀ ਨਗੀਨਾ ਘਾਟ ਤੋਂ ਗੁਰੂ ਜੀ ਨੇ ਤੀਰ ਚਲਾ ਕੇ ਇਸ ਸਥਾਨ ਨੂੰ ਪ੍ਰਗਟ ਕੀਤਾ, ਯਾਨੀ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ। ਨਵਾਬ ਵਜ਼ੀਰ ਖਾਨ ਦੇ ਭੇਜੇ ਹੋਏ ਕਾਤਲਾਂ ਦੇ ਹਮਲੇ ਉਪਰੰਤ ਜਦੋਂ ਗੁਰੂ ਸਾਹਿਬਾਨ ਨੇ ਸੱਚਖੰਡ ਜਾਣ ਦੀ ਤਿਆਰੀ ਕੀਤੀ ਤਾਂ ਸਿੱਖ ਸੰਗਤਾਂ ਅਤੀ ਵਿਆਕੁਲ ਹੋਈਆਂ ਅਤੇ ਗੁਰੂ ਸਾਹਿਬਾਨ ਨੂੰ ਕਹਿਣ ਲੱਗੀਆਂ, ਮਹਾਰਾਜ ਪਾਤਸ਼ਾਹ ਤੁਸੀਂ ਸਾਨੂੰ ਕਿਸ ਦੇ ਸਹਾਰੇ ਇਸ ਦੁਨੀਆ ਛੱਡ ਕੇ ਜਾ ਰਹੇ ਹੋ? ਤਾਂ ਮਹਾਰਾਜ ਜੀ ਨੇ ਕਿਹਾ, ਗੁਰੂ ਅੱਖਰ ਹੈ, ਯਾਨੀ ਕਿ ਗੁਰੂ ਗ੍ਰੰਥ ਸਾਹਿਬ, ਤੁਹਾਨੂੰ ਗੁਰੂ ਸਾਹਿਬ ਨੇ ਫਰਮਾਇਆ ਅਸੀਂ ਤੁਹਾਨੂੰ ਤੁਰਕੀ ਬਾਣੀ ਜਾਣੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਚੱਲਿਆ, ਜਿਸ ਤੋਂ ਤੁਹਾਨੂੰ ਹਮੇਸ਼ਾ ਲਈ ਅਧਿਆਤਮਕ ਰਹਿਨੁਮਾਈ ਮਿਲਦੀ ਰਹੂਗੀ ਅਤੇ ਸੰਗਤਾਂ ਗੁਰੂ ਦੇ ਲੜ ਲੱਗੀਆਂ ਰਹਿਣਗੀਆਂ। ਅਤੇ ਇਸ ਤੋਂ ਬਾਅਦ ਗੁਰੂ ਜੀ ਨੇ ਅੰਗੀਠਾ ਤਿਆਰ ਕਰਵਾਇਆ, ਜਿਹਦੇ ਵਿੱਚ ਗੁਰੂ ਜੀ ਸਮੇਤ ਘੋੜੇ ਦੇ ਹੀ ਚਲੇ ਗਏ ਤੇ ਸੰਗਤ ਨੂੰ ਆਦੇਸ਼ ਦਿੱਤੇ ਵੀ ਤੁਸੀਂ ਇਸ ਅੰਗੀਠੇ ਨੂੰ ਫਰੋਲਣਾ ਨਹੀਂ। ਪਰ ਸੰਗਤ ਨੇ ਗੁਰੂ ਜੀ ਦੇ ਜਾਣ ਤੋਂ ਬਾਅਦ ਅੰਗੀਠੇ ਦੀ ਜਿਹੜੀ ਉਹਨੂੰ ਫਰੋਲਿਆ, ਤੇ ਬਾਅਦ ਦੇ ਵਿੱਚ ਉਸ ਅੰਗੀਠੇ ਦੇ ਵਿੱਚੋਂ ਸਿਰਫ ਗੁਰੂ ਜੀ ਦੀ ਕਿਰਪਾਨ ਮਿਲੀ ਤੇ ਹੋਰ ਕੁਝ ਨਹੀਂ ਮਿਲਿਆ। ਸਾਧ ਸੰਗਤ ਜੀ, ਹਜ਼ੂਰ ਸਾਹਿਬ ਦੁਸਹਿਰੇ ਦਾ ਤਿਉਹਾਰ ਵੀ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਉਸ ਟਾਈਮ
ਸ਼ਾਸਤਰ ਜਿੰਨੇ ਵੀ ਸ਼ਾਸਤਰ ਪੂਰੇ ਪਏ ਨੇ ਗੁਰੂਆਂ ਦੇ ਤੇ ਉਹਨਾਂ ਨੂੰ ਸਾਫ਼ ਕੀਤਾ ਜਾਂਦਾ ਹੈ ਤੇ ਬੱਕਰਾ ਝਟਕਾਇਆ ਜਾਂਦਾ ਹੈ ਤੇ ਸ਼ਾਸਤਰਾਂ ਨੂੰ ਤਿਲਕ ਕਰ ਕੀਤਾ ਜਾਂਦਾ ਹੈ। ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮ ਵਾਹਿਗੁਰੂ ਵਾਹਿਗੁਰੂ। ਗੁਰਦੁਆਰਾ ਸਾਹਿਬ ਦੇ ਨਾਲ ਹੀ ਅਸਥਾਨ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਸਥਾਨ ਗੁੱਗਾ ਮਾਈ ਭਾਗੋ। ਇਹ ਸਥਾਨ ਮਾਈ ਭਾਗੋ ਜੀ ਦਾ ਹੈ। ਇਹ ਸ਼ਾਸਤਰ ਆ ਗਏ ਜੀ ਵੱਡੀਆਂ ਬੰਦੂਕਾਂ ਤੇ ਮਾਤਾ ਭਾਗੋ ਜੀ ਕਹਿੰਦੇ ਖੁਦ ਚਲਾਇਆ ਕਰਦੇ ਸੀ। ਇਹ ਸ਼ਾਸਤਰ ਆ ਗਏ ਜੀ ਮਾਤਾ ਭਾਗੋ ਤੇ 40 ਮੁਕਤੇ ਸੀ ਜਿਹੜੇ ਉਹਨਾਂ ਦੇ ਤਲਵਾਰਾਂ ਤੀਰ। ਇਸ ਸਥਾਨ ਵਿੱਚ ਪੰਜ ਪਿਆਰਿਆਂ ਦੇ ਵਿੱਚੋਂ 2 ਪਿਆਰੇ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਉਹਨਾਂ ਦਾ ਸਥਾਨ ਵੀ ਹੈ। ਸੰਗਤ ਜੀ, ਇਹ ਗੁਰਦੁਆਰਾ ਸਾਹਿਬ ਨਗੀਨਾ ਘਾਟ ਹੈ ਜਿੱਥੇ ਕਿ ਗੁਰੂ ਸਾਹਿਬਾਨ ਨੂੰ ਕਿਸੇ ਬੰਜਾਰੇ ਨੇ ਨਗੀਨਾ ਭੇਟ ਕੀਤਾ ਤੇ ਗੁਰੂ ਜੀ ਗੋਦਾਵਰੀ ਨਦੀ ਕਿਨਾਰੇ ਬੈਠੇ ਸਨ ਤੇ ਉਹਨਾਂ ਨੇ ਉਸ ਨਗੀਨੇ ਨੂੰ ਨਦੀ ਦੇ ਵਿੱਚ ਸੁੱਟ ਦਿੱਤਾ ਤੇ ਉਸ ਤੋਂ ਬਾਅਦ ਬੰਜਾਰਾ ਸੀ ਜਿਹੜਾ ਉਹ ਨਾਰਾਜ਼ ਹੋਇਆ ਤੇ ਉਹਨੂੰ ਗੁੱਸਾ ਵੀ ਆਇਆ ਵੀ ਜਿਹੜੀ ਮੈਂ ਗੁਰੂ ਜੀ ਨੂੰ ਭੇਟਾ ਦਿੱਤੀ ਤੇ ਮੇਰੀ ਭੇਟਾ ਨੂੰ ਗੁਰੂ ਜੀ ਨੇ ਨਦੀ 'ਚ ਸੁੱਟਤਾ ਤੇ ਗੁਰੂ ਜੀ ਨੇ ਉਸ ਦੇ ਮਨ ਦੀ ਜਿਹੜੀ ਗੱਲ ਸੋਚ ਰਿਹਾ ਸੀ ਉਹ ਬੁੱਝੀ ਤੇ ਬੰਜਾਰੇ ਨੂੰ ਕਿਹਾ, ਬੰਜਾਰਿਆ ਜਿਹੜਾ ਤੇਰਾ ਨਗੀਨਾ ਹੈ ਜਾ ਇਸ ਨਦੀ 'ਚੋਂ ਪਛਾਣ ਕੇ ਚੱਕ ਲੈ। ਜਦੋਂ ਉਹ ਬੰਜਾਰਾ ਨਦੀ 'ਚੋਂ ਵੱਲ ਦੇਖਿਆ ਉਹਨੇ ਤਾਂ ਉਸ ਨਦੀ ਦੇ ਵਿੱਚ ਉਸ ਤੋਂ ਵੀ ਕੀਮਤੀ ਹੀਰੇ ਜਵਾਹਰਾਤ ਪਏ ਸਨ ਤੇ ਇਸੇ ਕਰਕੇ ਉਸ ਬੰਜਾਰੇ ਦਾ ਜਿਹੜਾ ਹੰਕਾਰ ਸੀ ਉਹ ਟੁੱਟ ਗਿਆ ਤੇ ਗੁਰੂ ਜੀ ਦੇ ਚਰਨੀ ਢਹਿ ਪਿਆ। ਤੇ ਇਸੇ ਸਥਾਨ ਤੋਂ ਗੁਰੂ ਜੀ ਨੇ ਤੀਰ ਚਲਾ ਕੇ ਜਿਹੜਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਰਬਾਰ ਹੈ ਉਸ ਨੂੰ ਪ੍ਰਗਟ ਕੀਤਾ, ਤੀਰ ਚਲਾਇਆ ਤੇ ਉੱਥੋਂ ਕੜਾ, ਚਿਮਟਾ, ਗੜਵਾ ਇਹ ਤਿੰਨੇ ਚੀਜ਼ਾਂ ਪ੍ਰਾਪਤ ਹੋਈਆਂ ਤੇ ਉਸੇ ਸਥਾਨ 'ਤੇ ਫਿਰ ਅੱਜ ਜਿਹੜਾ ਆਪਾਂ ਸੱਚਖੰਡ ਗੁਰਦੁਆਰਾ ਸਾਹਿਬ ਦੇਖਦੇ ਹਾਂ ਉਹ ਸਥਾਨ ਬਣਿਆ ਹੋਇਆ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਹੈ ਜਿਹੜੀ ਕਿ ਇੱਧਰ ਜਿੰਨੇ ਵੀ ਗੁਰਦੁਆਰੇ ਨੇ ਇੱਦਾਂ ਦੀਆਂ ਤਸਵੀਰਾਂ ਮਿਲਣਗੀਆਂ ਆਪਾਂ ਨੂੰ। ਤੇ ਇਹ ਜਿਹੜੇ ਸ਼ਾਸਤਰ ਪਏ ਨੇ ਤੀਰ ਜਾਂ ਹੋਰ ਤਲਵਾਰਾਂ ਇਹ ਗੁਰੂ ਸਾਹਿਬ ਜੀ ਦੇ ਨੇ। ਕੁਛ ਉਹਨਾਂ ਦੇ ਨਾਲ ਜਿਹੜੇ ਹੋਰ ਸਿੰਘ ਆਏ ਸੀ ਤੇ ਗੁਰੂ ਸਾਹਿਬ ਨਾਲ ਤੇ ਕੁਛ ਇਹ ਸ਼ਾਸਤਰ ਉਹਨਾਂ ਦੇ ਨੇ। ਤਲਵਾਰਾਂ, ਕੁੰਡਲ, ਵਰਸ਼ੇ, ਨੇਜੇ ਇਹ ਉਹ ਗੋਦਾਵਰੀ ਨਦੀ ਹੈ ਜਿਹਦੇ ਵਿੱਚ ਗੁਰੂ ਜੀ ਨੇ ਨਗੀਨਾ ਸੁੱਟਿਆ ਸੀ ਤੇ ਇਸੇ ਹੀ ਨਦੀ ਦੇ ਵਿੱਚੋਂ ਇਸ ਨਦੀ ਚੋਂ ਗੁਰੂ ਸਾਹਿਬ ਦੇ ਸਿੰਘਾਸਨ ਲਈ ਅਸੀਂ ਖੜੇ ਹਾਂ ਗੋਦਾਵਰੀ ਦੇ ਕੰਢੇ ਤੇ ਗਾਗਰ ਕੁੰਡ ਦੇ ਬਿਲਕੁਲ ਆਪਾਂ ਦੇਖ ਸਕਦੇ ਹਾਂ ਸਾਹਮਣੇ ਖੜੇ ਹਾਂ ਅਸੀਂ ਤੇ ਇਹ ਸਥਾਨ ਹੈ ਜਿੱਥੋਂ ਸਵੇਰ 2 ਵਜੇ ਦਰਬਾਰ ਸਾਹਿਬ ਗਾਗਰ ਭਰ ਕੇ ਲਿਜਾਈ ਜਾਂਦੀ ਹੈ ਸਿੰਘਾਸਨ ਵਾਸਤੇ। ਮਾਧੋ ਦਾਸ ਦਾ ਜਨਮ 16 ਅਕਤੂਬਰ 1670 ਈਸਵੀ ਵਿੱਚ ਹੋਇਆ। ਉਸ ਦਾ ਜਨਮ ਜੰਮੂ ਕਸ਼ਮੀਰ ਦੇ ਰਜੌਰੀ ਪੁੰਛ ਜ਼ਿਲ੍ਹੇ ਵਿੱਚ ਹੋਇਆ ਸੀ।
ਉਸ ਦਾ ਅਸਲੀ ਨਾਂ ਲਛਮਣ ਦੇਵ ਸੀ। ਉਸਨੇ 15 ਸਾਲ ਦੀ ਉਮਰ ਵਿੱਚ ਵੈਰਾਗੇ ਜੀਵਨ ਧਾਰਨ ਕੀਤਾ ਸੀ ਤੇ ਉਸ ਨੂੰ ਤੀਰ ਅੰਦਾਜ਼ੀ, ਘੋੜਸਵਾਰੀ ਤੇ ਹੋਰ ਕਈ ਚੀਜ਼ਾਂ ਦੀ ਜਾਣਕਾਰੀ ਸੀ। ਇੱਕ ਦਿਨ ਤੀਰ ਅੰਦਾਜ਼ੀ ਕਰਦੇ ਹੋਏ ਉਸ ਦਾ ਤੀਰ ਕਿਸੇ ਹਿਰਨੀ ਨੂੰ ਜਾ ਲੱਗਿਆ ਤੇ ਉਹ ਹਿਰਨੀ ਮਾਂ ਬਣਨ ਵਾਲੀ ਸੀ ਤੇ ਉਸ ਤੀਰ ਦੇ ਨਾਲ ਹਿਰਨੀ ਤੇ ਉਸ ਦਾ ਬੱਚਾ ਮੌਕੇ 'ਤੇ ਹੀ ਮਰ ਗਏ। ਇਹ ਦੁੱਖ ਦੇਖ ਕੇ ਇਹ ਸਾਰੀ ਤੀਰ ਅੰਦਾਜ਼ੀ ਤੇ ਹੋਰ ਸਾਰਾ ਕੁਝ ਛੱਡ ਕੇ ਤੇ ਉਸ ਨੇ ਯਾਤਰਾ 'ਤੇ ਜਾਣ ਦਾ ਫੈਸਲਾ ਕਰ ਲਿਆ। ਉਸ ਨੇ ਬਹੁਤ ਸਾਰੇ ਤੀਰਥ ਯਾਤਰਾ ਕੀਤੀ ਤੇ ਬਹੁਤ ਸੰਤਾਂ ਤੋਂ ਯੋਗ ਤੇ ਗਿਆਨ ਪ੍ਰਾਪਤ ਕੀਤਾ। ਉਸ ਤੋਂ ਬਾਅਦ ਉਸ ਦੀ ਮੁਲਾਕਾਤ ਜਾਨਕੀ ਦਾਸ ਨਾਮ ਦੇ ਵੈਰਾਗੀ ਸਾਧੂ ਨਾਲ ਮੁਲਾਕਾਤ ਹੋਈ ਤੇ ਉਹਨਾਂ ਦੇ ਚੇਲੇ ਬਣ ਗਏ ਤੇ ਭਾਰਤ ਦੇ ਅਲੱਗ-ਅਲੱਗ ਜਗ੍ਹਾ ਤੇ ਉਹ ਤੀਰਥ ਸਥਾਨਾਂ 'ਤੇ ਜਾਂਦੇ ਰਹੇ ਤੇ ਅੰਤ ਨੂੰ ਉਹ ਆ ਕੇ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿੱਚ ਆ ਕੇ ਇੱਕ ਕੁਟੀਆ ਪਾ ਕੇ ਬੈਠ ਗਏ ਅਤੇ ਈਸ਼ਵਰ ਦੀ ਪ੍ਰਾਪਤੀ ਲਈ ਧਿਆਨ ਲਾਉਣ ਲੱਗੇ। ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ 1708 ਵਿੱਚ ਹੋਈ। ਗੁਰੂ ਜੀ ਨੂੰ ਪਤਾ ਲੱਗਿਆ ਕਿ ਮਾਧੋ ਦਾਸ ਨਾਂਦੇੜ ਵਿੱਚ ਹੈ। ਗੁਰੂ ਜੀ ਮਾਧੋ ਦਾਸ ਦੀ ਕੁਟੀਆ ਵਿੱਚ ਪਹੁੰਚੇ ਅਤੇ ਗੁਰੂ ਜੀ ਨੇ ਸਿੱਖਾਂ ਨੂੰ ਲੰਗਰ ਤਿਆਰ ਕਰਨ ਦਾ ਹੁਕਮ ਦਿੱਤਾ ਤੇ ਮਾਧੋ ਦਾਸ ਨੂੰ ਪਤਾ ਲੱਗਿਆ ਤਾਂ ਉਸ ਨੂੰ ਗੁੱਸਾ ਆ ਗਿਆ ਤੇ ਉਹ ਆਪਣੇ ਤੰਤਰ ਮੰਤਰਾਂ ਦੀ ਵਰਤੋਂ ਕਰਨ ਲੱਗਿਆ ਤੇ ਬਹੁਤ ਸਾਰੇ ਨੇਰੀ ਝੱਖੜ ਚੜਾਉਣ ਲੱਗਿਆ ਤੇ ਜਦੋਂ ਗੁਰੂ ਜੀ 'ਤੇ ਕੋਈ ਅਸਰ ਨਾ ਹੋਇਆ ਫਿਰ ਉਹ ਗੁਰੂ ਜੀ ਲਵੇ ਆ ਕੇ ਤੇ ਉਹਨਾਂ ਦੇ ਚਰਨੀ ਪਿਆ। ਗੁਰੂ ਜੀ ਨੇ ਪੁੱਛਿਆ, ਤੂੰ ਕੌਣ? ਮਾਧੋ ਦਾਸ ਕਹਿਣ ਲੱਗਿਆ, ਮੈਂ ਤੇਰਾ ਬੰਦਾ। ਤੇ ਗੁਰੂ ਜੀ ਨੂੰ ਪਤਾ ਸੀ ਕਿ ਉਹ ਇੱਕ ਯੋਧਾ ਹੈ, ਬਹਾਦਰ ਹੈ, ਉਹ ਧਾਰਮਿਕ ਕੰਮਾਂ ਦੇ ਲਈ ਨਹੀਂ ਬਣਿਆ ਤੇ ਗੁਰੂ ਜੀ ਜਾਣਦੇ ਸੀ ਵੀ ਉਹ ਇੱਕ ਯੋਧਾ ਹੈ ਤੇ ਉਸ ਦਾ ਜਨਮ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਹੋਇਆ ਹੈ। ਗੁਰੂ ਜੀ ਨੇ ਉਸ ਨੂੰ 1708 ਈਸਵੀ ਵਿੱਚ ਅੰਮ੍ਰਿਤਪਾਨ ਕਰਾਇਆ ਤੇ ਇੱਕ ਨਵਾਂ ਨਾਂ ਦਿੱਤਾ, ਬੰਦਾ ਸਿੰਘ ਬਹਾਦਰ। ਗੁਰੂ ਜੀ ਚਾਹੁੰਦੇ ਸੀ ਵੀ ਉਹ ਨਵਾਬ ਵਜ਼ੀਰ ਖਾਂ ਤੇ ਉਹਨਾਂ ਦੇ ਸਾਥੀਆਂ ਨੂੰ ਸਜ਼ਾ ਦੇਵੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦੋਨੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਨੂੰ ਮਾਰਿਆ ਸੀ। ਗੁਰੂ ਜੀ ਨੇ ਉਸ ਨੂੰ ਤਲਵਾਰ, ਨਗਾੜਾ ਤੇ ਆਪਣੀ ਤਰਕਸ਼ ਦੇ 5 ਤੀਰ ਤੇ ਹੁਕਮਨਾਮਾ ਤੇ ਨਿਸ਼ਾਨ ਸਾਹਿਬ ਦੇ ਕੇ ਪੰਜਾਬ ਰਵਾਨਾ ਕੀਤਾ। ਹੁਕਮਨਾਮੇ ਦੇ ਵਿੱਚ ਲਿਖਿਆ ਸੀ ਵੀ ਸਿੱਖੋ, ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕੇ ਮੁਗਲਾਂ ਦੇ ਨਾਲ ਲੜਾਈ ਕਰੋ। ਗੁਰੂ ਜੀ ਨੇ 5 ਸਿੰਘ ਹਜ਼ੂਰੀ ਸਿੰਘ ਵੀ ਨਾਲ ਭੇਜੇ ਤਾਂ ਕਿ ਸਿੱਖਾਂ ਨੂੰ ਪਤਾ ਲੱਗ ਸਕੇ ਵੀ ਇਹ ਸਾਰੇ ਗੁਰੂ ਗੋਬਿੰਦ ਸਿੰਘ ਨੇ ਹੀ ਬੰਦਾ ਬਹਾਦਰ ਨੂੰ ਲੜਾਈ ਵਾਸਤੇ ਭੇਜਿਆ ਹੈ। ਦੋਸਤੋ, ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ, ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਬੰਦੇ ਨਹੀਂ ਪਹੁੰਚ ਸਕਦੇ ਉਹ ਵੀ ਵੀਡੀਓ ਦੇਖਣ ਤੇ ਆਨੰਦ ਮਾਣਨ।